ਕਰਨ ਹੋਏ ਆਨੰਦਾ ਬਿਨਸੈ ਜਨਮ ਮਰਨ ਪੈ ਦੁਖੀ। ਚਾਰ ਪਦਾਰਥ ਨਵ ਨਿਦ ਪਾਵਹਿ ਬਹੁਰ ਨਾ ਤ੍ਰਿਸ਼ਨਾ ਭੁਖੀ। ਸੋਰਠ ਮਹਲਾ ਪੰਜਵਾ। ਘਰ ਦੂਜਾ ਦੂਪਦੇ ਇਕ ਓਂਕਾਰ ਸਤਿਗੁਰ ਪ੍ਰਸਾਦਿ। ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਕੀਆ। ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਸਗਲ ਬਨਸਪਤ ਮਹਿ ਬੈਸੰਤਰ ਸਗਲ ਦੂਧ ਮਹਿ ਕੀਆ। ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਧੋ ਜੀਆ। ਸੰਤ ਹੋ ਘਟ ਘਟ ਰਹਿਆ ਸਮਾਇਓ। ਪੂਰਨ ਪੂਰ ਰਹਿਓ ਸਰਬ ਮਹਿ ਜਲ ਥਲ ਰਮਈਆ ਆਹਿਓ। ਰਹਾਉ ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਾ ਸਮਾਇਓ। ਗੁਣ ਨਿਧਾਨ ਨਾਨਕ ਜਸ ਗਾਵੈ ਸਤਿਗੁਰ ਭਰਮ ਚੁਕਾਇਓ। ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਾ ਸਮਾਇਓ। ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So Guru Pyare Saad Sangat Ji, we are going to do the translation in Punjabi for first 10 minutes and followed by translation in English. Stay tuned. So ਅੱਜ ਦਾ ਪਵਿੱਤਰ ਹੁਕਮਨਾਮਾ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਿਆ ਹੋਇਆ ਹੈ, ਜੋ ਸਤਿਗੁਰਾਂ ਨੇ ਸੋਰਠ ਰਾਗ ਵਿੱਚ ਉਚਾਰਨ ਕੀਤਾ ਹੈ, ਜੋ ਇੱਕ ਹਿਰਦੇ ਵਿੱਚ ਖੁਸ਼ੀ ਦੀ ਉਮੰਗ ਪੈਦਾ ਕਰਦਾ ਹੈ, ਹਿਰਦੇ ਨੂੰ ਸ਼ਾਂਤ ਕਰਦਾ ਹੈ। ਸਾਧ ਸੰਗਤ ਜੀ, ਜਦੋਂ ਹਿਰਦਾ ਸ਼ਾਂਤ ਹੁੰਦਾ ਅਤੇ ਆਲੇ ਦੁਆਲੇ ਜੋ ਗੱਲ ਹੁੰਦੀ ਆ ਉਹਦੀ ਸਮਝ ਆ ਜਾਂਦੀ ਆ। ਇਹ ਰਾਗ ਦਾ ਇੱਕ ਪਰਪਸ ਹੈ, ਰਾਗ ਦਾ ਓਬਜੈਕਟਿਵ ਆ। ਰਾਗ ਮਨ ਨੂੰ ਇਕਾਗਰ ਕਰਦਾ। ਸ਼ਬਦ ਦੇ ਭਾਵ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ, ਸੰਤੋ ਹੋ ਘਟ ਘਟ ਰਿਹਾ ਸਮਾਹਿਓ। ਅਕਾਲ ਪੁਰਖ ਵਾਹਿਗੁਰੂ ਦੇ ਸੰਤੋ
ਭਗਤੋ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਹਿਰਦੇ ਦੇ ਵਿੱਚ ਆ। ਇਸ ਗੱਲ ਤੇ ਭਰਮ ਨਾ ਕਰਨਾ, ਕਿਉਂਕਿ ਸਾਧ ਸੰਗਤ ਜੀ ਕਈ ਵਾਰੀ ਗਿਆਨ ਪ੍ਰਾਪਤ ਕਰਕੇ ਭਗਤ ਵੀ ਆਪਸ ਦੇ ਵਿੱਚ ਵਾਦ ਵਿਵਾਦ ਦੇ ਵਿੱਚ ਪੈ ਜਾਂਦੇ ਨੇ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਨੇ, ਕਿਉਂਕਿ ਦੇਖਿਆ ਹੋਣਾ ਤੁਸੀਂ ਸੰਤਾਂ ਦੀਆਂ ਵੀ ਆਪਸ ਦੇ ਵਿੱਚ ਲੜਾਈਆਂ ਹੋ ਜਾਂਦੀਆਂ, ਆਪਣੇ ਆਪ ਨੂੰ ਸੰਤ ਕਹਾਉਣ ਵਾਲੇ। ਸੋ ਗੁਰੂ ਮਹਾਰਾਜ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਦੀ ਖੇਡ ਨੂੰ ਸਮਝੋ, ਸੰਤੋ ਹੋ ਘੱਟ ਘੱਟ ਰਿਹਾ ਸਮਾਇਓ, ਉਹ ਮੇਰਾ ਪਰਮਾਤਮਾ ਹਰ ਹਿਰਦੇ ਦੇ ਵਿੱਚ ਆ। ਕਿਸੇ ਦਾ ਦਿਲ ਨਾ ਦੁਖਾਣਾ। ਪੂਰਨ ਪੂਰ ਰਿਓ ਸਰਬ ਮਹਿ, ਜਲ ਥਲ ਰਮਈਆ ਆਇਓ। ਆਇਓ ਦਾ ਭਾਵ ਮੌਜੂਦ ਹੈ। ਤੇ ਐ ਨਹੀਂ ਪਈ 50% ਮੌਜੂਦ ਆ ਜਾਂ 25% ਮੌਜੂਦ ਆ। ਮਹਾਰਾਜ ਫਰਮਾਉਂਦੇ ਨੇ ਪੂਰਨ ਪੂਰ ਰਹਿਓ ਸਰਬ ਮਹਿ, 100% ਮੌਜੂਦ ਆ, 100%। ਐ ਨਹੀਂ ਵੀ ਕਿਸੇ ਦੇ ਵਿੱਚ ਘੱਟ ਕਿਸੇ 'ਚ ਜ਼ਿਆਦਾ, ਸਾਰਿਆਂ ਦੇ ਵਿੱਚ ਇੱਕੋ ਜਿਹਾ 100% 100% ਵਾਹਿਗੁਰੂ ਮੌਜੂਦ ਆ। ਭਾਈ ਖਿਆਲ ਰੱਖਿਆ ਕਰੋ, ਕਿਸੇ ਨਾਲ ਉੱਚਾ ਨਾ ਬੋਲਿਆ ਕਰੋ, ਕਿਸੇ ਦੀ ਨਿੰਦਿਆ ਨਾ ਕਰਿਆ ਕਰੋ। ਭਾਈ ਇਹ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਆ। ਕੀ ਹੋਇਆ ਜੇ 2 ਅੱਖਰਾਂ ਦਾ ਗਿਆਨ ਪ੍ਰਾਪਤ ਕਰ ਲਿਆ ਤੇ ਗਿਆਨ ਪ੍ਰਾਪਤ ਕਰਕੇ ਸਾਰਿਆਂ ਨੂੰ ਚਿੱਤ ਕਰਨ ਦੀ ਕੋਸ਼ਿਸ਼ ਕਰਨਾ, ਵਾਦ ਵਿਵਾਦ ਦੇ ਵਿੱਚ ਪੈ ਜਾਣਾ। ਐਸੇ ਗਿਆਨ ਦੀ ਕੀ ਲੋੜ ਸੀ? ਕੀ ਫਾਇਦਾ ਹੋਇਆ ਤੈਨੂੰ ਗਿਆਨ ਪ੍ਰਾਪਤ ਕਰਕੇ ਜੇ ਹਾਲੇ ਵੀ ਤੂੰ ਵਾਦ ਵਿਵਾਦ ਦੇ ਵਿੱਚ ਪਿਆ ਹੋਇਆ? ਪਾਣੀ ਵੱਲ ਤੱਕੋ। ਸਾਧ ਸੰਗਤ ਜੀ, ਅਸੀਂ ਪਾਣੀ ਦੀ ਵਰਤੋਂ ਹਰ ਰੋਜ਼ ਕਰਦੇ ਹਾਂ। ਪਾਣੀ ਨੂੰ ਦੇਖ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਰੱਬ ਚੇਤੇ ਆਇਆ। ਪਾਣੀ ਨੂੰ ਦੇਖ ਕੇ ਰੱਬ ਚੇਤੇ ਆਏ ਤਾਂ ਤੁਹਾਡਾ ਸਿਮਰਨ ਸਫਲ ਹੈ। ਪਰ ਅਸੀਂ ਤੇ ਪਾਣੀ ਨੂੰ ਲੈ ਕੇ ਪਾਣੀ ਪੀ ਵੀ ਲੈਂਦੇ ਹਾਂ, ਪਾਣੀ ਨੂੰ ਉਬਾਲ ਕੇ ਚਾਹ ਵੀ ਬਣਾ ਲੈਂਦੇ ਹਾਂ, ਪਾਣੀ ਦੇ ਨਾਲ ਸਬਜ਼ੀਆਂ ਵੀ ਬਣਾਉਂਦੇ ਹਾਂ। ਸਾਧ ਸੰਗਤ ਜੀ, ਪਰ ਕਦੀ ਪਾਣੀ ਦੇ ਵਿੱਚ ਰੱਬ ਨਜ਼ਰ ਨਹੀਂ ਹੋਇਆ। ਜਲ ਥਲ ਰਮਈਆ ਆਇਓ। ਪਿਆਰਿਓ, ਜਦੋਂ ਪਰਮੇਸ਼ਰ ਨਾਲ ਪਿਆਰ ਪੈਂਦਾ ਨਾ, ਜਦੋਂ ਪਰਮੇਸ਼ਰ ਦਾ ਅਸਲ ਮਾਇਨੇ ਦੇ ਵਿੱਚ ਸਿਮਰਨ ਹੁੰਦਾ, ਪਾਣੀ ਦੇ ਵਿੱਚ ਵੀ ਵਾਹਿਗੁਰੂ ਨਜ਼ਰ ਆਉਂਦਾ। ਹੁਣ ਸਾਧ ਸੰਗਤ ਜੀ, ਜਦੋਂ ਘਰ ਬਣਾਉਣਾ ਹੁੰਦਾ ਫਿਰ ਨੀਹਾਂ ਪੁੱਟਦੇ ਹਾਂ, ਨੀਹਾਂ ਖੋਦਦੇ ਹਾਂ। ਪਰ ਮਾਂ ਕਹਿੰਦੇ ਥਲ ਭਾਵ ਧਰਤੀ ਦੇ ਉੱਪਰ ਵੀ, ਧਰਤੀ ਦੇ ਵਿੱਚ ਵੀ ਪਰਮਾਤਮਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਮਾਤਾ ਇੰਨੀ ਦਇਆਵਾਨ ਹੈ, ਧਰਤੀ ਇੰਨੀ ਦਇਆਵਾਨ ਹੈ, ਭਾਵੇਂ ਉਹਨੂੰ ਖੋਦ ਲਓ, ਭਾਵੇਂ ਚੰਦਨ ਦਾ ਲੇਪ ਕਰ ਲਓ, ਧਰਤੀ ਨੇ ਕਦੀ ਨਹੀਂ ਕਹਿਣਾ ਭਾਈ ਤੁਸੀਂ ਕਿਉਂ ਮੈਨੂੰ ਖੋਦੀ ਜਾਂਦੇ ਹੋ। ਇੰਨੀ ਦਇਆ ਧਰਤੀ ਦੇ ਵਿੱਚ, ਇੰਨੀ ਦਇਆ। ਸੋ ਗੁਰੂ ਮਹਾਰਾਜ ਫਰਮਾਉਂਦੇ ਨੇ ਧਰਤੀ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ, ਬਸ ਇੱਕ ਗੱਲ ਦੀ ਚਿੰਤਾ ਵੀ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਮੇਰੇ ਉੱਪਰ ਭਾਰ ਨੇ, ਭਾਰ। ਜਿਹੜੇ ਪਰਮਾਤਮਾ ਨੂੰ ਨਹੀਂ ਮੰਨਦੇ, ਧਰਤੀ ਨੂੰ ਸ਼ਿਕਵਾ ਤੇ ਗਿਲਾ ਇਸ ਗੱਲ ਦਾ ਵੀ ਜਿਹੜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਉਹ ਮੇਰੇ ਉੱਪਰ ਭਾਰ ਨੇ। ਜਿਹੜੇ ਸੰਤ ਨੇ ਉਹਨਾਂ ਕਰਕੇ ਮੈਂ ਟਿਕੀ ਹੋਈ ਹਾਂ। ਸਗਲ ਬਨਸਪਤ ਮੈਂ ਬੈਸੰਤਰ। ਫਿਰ ਗੁਰੂ ਮਹਾਰਾਜ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਸਾਰੀ ਬਨਸਪਤ ਦੇ ਵਿੱਚ ਜਿੱਦਾਂ ਅੱਗ ਹੈ, ਅੱਗ ਮੌਜੂਦ ਹੈ, ਉਸੇ ਤਰ੍ਹਾਂ ਪਰਮੇਸ਼ਰ
सृष्टि के हर कण दे विच मौजूद है। सगल दूध मैं किया। साध संगत जी, जेड़ा भी दुध होए ਉਹਦੇ ਵਿੱਚ ਘਿਓ नज़र नहीं आता, मक्खन नज़र नहीं आता। क्योंकि सवाल किया गुरु अर्जन देव महाराज नूं, जे परमात्मा सारे पासे है, जे परमात्मा सारिਆਂ ਦੇ ਵਿੱਚ है तो नज़र क्यों नहीं आता? सब महाराज फरमाते ने उस तरह जिस तरह मक्खन दुध दे विच है प्यारिओ नज़र नहीं आता, उन्होंने कड्ढण दी विधि आ। ऐसे तरह रसना नाम जपे तब मथिया इन बिद अमृत पावो। जिद्दां मधानी मारदे हो तुसीं दही दे विच, उसे तरह अपने कर्म चंगे कर्मां दा दुध बना के उन्होंने खट्टा ला के फिर अपनी रसना दे नाल वाहिगुरू दा नाम जपो। ऐदां जिद्दां दही दे विच मधानी मारी दी है, फिर मक्खन नज़र आ जाएगा। वाहिगुरू तरीका वाहिगुरू नूं अनुभव करन दा, वाहिगुरू दे दर्शन करन दा एक तरीका। महाराज इत्थे बहुत लोग ने जिहड़े नीच ने, जिन्हां दे कर्म चंगे नहीं, उन्हां दे विच भी वाहिगुरू समझ नहीं आउंदी क्यों वो इस तरह पुट्ठा सीधा बोलते हैं, क्यों कुकर्म करते हैं। सो महाराज उस गल का जवाब देंदे ने, सारियां दे विच वाहिगुरू है पर वाहिगुरू निर्लेप है। ऊच नीच मह जोत समानी, घट घट माधो जिया। हर घट दे विच हर हिरदे दे विच परमात्मा वसते ने, भावें कोई नीच होए भावें उत्तम होए। गल इत्थे मुकदी है, जेड़े अपनियां तारां उस परमेश्वर जो आनंद दा सोमा है उहदे नाल जोड़ लैंदे ने, वो उच्चे हो जांदे ने। पर जेड़े अपनियां तारां जहर नाल जोड़ लेंदे ने, माया दे नाल जोड़ लेंदे ने, वो नीच हो जांदे ने। पर परमेश्वर सारिਆਂ ਦੇ ਵਿੱਚ है निर्लेप, ਸਰਬ निवासी, सदा अलेपा तो ही संग समाई। गुरु तेग बहादुर साहब महाराज फरमाते हैं, रहाव की पंक्ति तो बाद गुरु महाराज फरमाते ने, गुण निधान नानक जस गावै, सतगुर भरम चुकायो। मेरे मालका, सानू तो कुछ नज़र नहीं आता, सानू तो परमात्मा किसी दे विच नज़र नहीं आता। महाराज फरमाते ने, प्यारिओ उस परमेश्वर के गुण गाई जाओ, सतगुरु की मत लैके अपने जीवन नूं सतगुरु की सिक्ख्या अनुसार ढालो। गुर की मत तू ले आने, भगत बिना बहु डूबे सियाणे। सियाणे सियाणे लोग सतगुरु की मत तो बिना भगती भी करते रहे, चंगे कर्म भी करते रहे, वो सियाणे लोग डुब गए। प्यारिया, सतगुरु की सिक्ख्या तो बिना तू तर नहीं सकता। सतगुरु ने भरम दूर कर दिता मेरा, हुण मैनू परमेश्वर सारिਆਂ नज़र आउंदा। सर्ब निवासी सदा अलेपा सब में रिया समायो। सो गुरु महाराज रहमत करन। इस तरह प्यार दे नाल अंग्रेजी दे विच विचार श्रवण करना, भुल्लां ना चितारदे होए असीसां देनियां। साध संगत जी, गुरबाणी बहुत डूंगी है, जिद्दां कोई समुंदर हुंदा, समुंदर की कोई लिमिट नहीं हुंदी, कोई हद बन्ना नहीं हुंदा। इस तरह गुरबाणी है, जिस तरह गुरु महाराज सोझी बख्शते हैं उस तरह साध संगत जी असी विचार करते हैं। महाराज रहमत करन, दया करन, असी यह जीवन दे विच उस परमात्मा नूं मिल सकीए। सो टुडेज हुक्मनामा इज़ ब्लैसिंग फ्रॉम सचखंड श्री हरमंदर साहब।
composition of Dhan Dhan Guru Arjan Dev Ji Maharaj in Rag Sorat. Rag Sorat creates the calm and cheerful mood, helps to focus the mind on the essence of the Shabad. That's the purpose of the Rag, purpose of the melody. Where Guru Maharaj instructed to recite the Hukamnama in Rag Sorat, the beat of the drums, beat of the jodi or tabla needs to be in second house. Kar Duja. Sorat Mahalla Panjwa Kar Duja. Cho Pade. So in the title, Guru Maharaj's word use the word Cho Pade. Cho means four, Pade means parts. Beg your pardon, Du Pade. Du means two, Pade means parts. Some Shabads have four parts and the title would say Cho Pade, but today's Hukamnama has the word Du Pade. Du means two, Pade means parts. And number 2 appears right at the end of the Hukamnama. 2. Then there is a number 1 after number 2. That means this is the first Shabad in Rag Sorat, in that particular tune. 29th, which means this is the 29th Shabad since the tune Sorat was used for the Hukamnamas. So 29th Shabad in Rags Sorat. Guru Maharaj reveals in today's Hukamnama and is addressing the saints, devotees of Almighty Vaheguru. Because people who follow the spiritual path, it is so easy for them to slip. Why? The arrogance, the pride of the knowledge, pride of good karmas can make anyone slip down the blind alley. Ego is like cataract. Although person can have the eyes open, everything is working, but there is a cataract layer in front of the retina. People can't see clearly. So ego and pride is like that. So Guru Maharaj is addressing in Rahau Pankti to the saints of Almighty God. Santoho kat kat reha samayo. You are walking on the religious path and you have formed your own little groups. People from one group or one sect hate people from other sect. What a tragedy. There are so many jathas in every religion. There are so many small sects in every religion. People from one sect hate people from other sect. Not only that, even within the same jatha, people disagree. There are disputes, there are arguments. Don't have to go very far. Even in the families, Sat Sangat, in one family, people can't agree. When it comes to the countries, the people in a country having consent for one cause is so difficult. You can see what is happening for the Brexit. People are divided, leaders are divided, they don't know what to do. So having everyone thinking the same way is so difficult. So that is why Guru Arjan Dev Ji Maharaj is addressing the people who are walking on the religious path. And they call themselves saints of Almighty God. Guru Maharaj is advising them that God is present in every heart. Santoho kat kat reha samayo.
Samayo means merged, immersed. God is immersed in every cut, every heart. Can you see God in people who work against you? If answer is no, then your spiritual journey is still incomplete. Yes, Guru Arjan Dev Ji Maharaj was assassinated by Jahangir, the Mughal king, the ruler of the time. But Guru Hargobind Sahib Maharaj dealt with the situation with the divine wisdom. In that, Jahangir, he respected Guru Hargobind Sahib Maharaj, son of Guru Arjan Dev Ji Maharaj, who was assassinated by Jahangir. He surrendered himself to Guru Hargobind Sahib Maharaj, apologized, realized his mistake. What a way to deal the situation. Although Guru Hargobind Sahib Maharaj had to fight 4 battles, but they were all fought with compassion so that people can learn from their mistakes. Sometimes people can't understand, can't learn. Guru Gobind Singh Ji Maharaj had to deal with the evil people, not to inflict pain on them, just to give them lesson so that they can improve. There are 2 ways you can have a Khalsa kingdom. There are 2 ways. You can finish everyone who disagree with the concept of Khalsa nation, which is against will of God. Pੈ kahu ko detna, na pੈ manat aan, koho nanak sun re mana gyani tahe bikhan. So one option is you get rid of all the people who disagree with you, who disagree with the concept of Khalsa Panth. But in doing so, you will be consigned to hell. Second option, you can help people to become Khalsas so that everyone in the world, everyone in the universe is Khalsa, is pure like God. That is the option our gurus adopted. They saw God in everyone, evil people, good people, beggars, emperors, because this is all God's game. But it's so difficult to comprehend. But you can comprehend if you are blessed by Vaheguru. So Guru Maharaj reveals, Santoho, saints of God, listen. Rather than falling into debates, hatred, falling into the trap of ego, come out of it. See God in every heart. Puran pur reho sarabam hai. Jal thal ramaiya ayo. God is present in everyone with 100% strength. You know, when you have mobile signal, sometimes you get 70% strength, 50% strength. In some places you do not get the mobile signal. But Guru Maharaj is saying God is present in everyone 100%. Puran. Puran means 100%. Don't you doubt. Now, Sasangaji, when you use the water, you take it as granted. I'm going to make tea. I'm going to make drink. Oh, I'm going to make my food, cook my food with the water. But Guru Maharaj reminds, in the water, there is presence of God. Jal thal ramaiya ayo. Fruit of your meditation is when you start seeing God in water as well.
on the land. Jal means water, thal means land. You can dig the land, dig the earth, it will never complain. You can smear the earth with the sandal paste. It won't be pleased. That is nature of a Brahmgyani. A Brahmgyani, a truly enlightened person, is never affected by praise or insult. That is how God is. And we need to be like that to be able to become one with God. So Guru Maharaj reveals God is pervading everywhere. Rahav, that's the essence of the Shabad. So first line of the Hukamnama goes, Sagal banaspat main baisantar, Sagal doodh main kiya. So Guru Maharaj was asked if that God is present everywhere, why can't we see God then? So Guru Maharaj replies, look at the whole vegetations, all the trees, they have fire hidden inside. That's how you get the forest fires. When the trees rub against each other, that fire manifests, which was hidden, now you can see it. Similarly, God is present in everyone, like fire in the wood. So Baisantar means fire, Banaspat means vegetation. Sagal banaspat meh baisantar, Sagal doodh main kiya. Doodh means milk, kiya means butter. The milk has butter, although you can't see it. But milk is present. The butter is present in the milk. But Guru Maharaj, how do we get the butter? God is like butter, present throughout the creation. But how we extract it? And Guru Maharaj gives the technique. Guru Nanak Dev Ji Maharaj, when he was asked this question, how do we experience God's presence? And Guru Nanak Dev Ji Maharaj said, like you can extract the butter from the milk. There is a Shabad in Guru Granth Sahib Ji Maharaj, Panda toye bais dhoop devo, to dudhe ko javo. Doodh karam fun surt samayan hoye niras jamavo. Japa ta eko nama, our nirafal kama. So there is a process. We all know how butter is extracted. But Guru Maharaj reveals, make your good actions your milk. Have focus on God, that is your rennet. That is your lemon. You put in the milk to turn into yogurt. You turn into curd. Then, with your tongue, you chant God's praises. Rabb de gun gai ja. That is like churning the butter. Slowly. Japo ta eko nama. Avar nirafal kama. Then, when you have love for God, you will have presence of God manifest within yourself. And you can see God in everyone. Similarly, Uch Neech Main Jot Samani. Next question was, there are so many people who are acting absolutely stupid. They are evil people. There are some people who are very nice. So question is God present in everyone? So Guru Maharaj gives the answer. God is present in evil people, 100%. God is present in good people. But this is all God's game. Those who connect to the source of wisdom, source of compassion within, they become noble people. Those who disconnect themselves and connect to the poisonous material, they become evil. But this is all God's game. Uch Neech Main Jot Samani, Kat Kat Madho Jiya. Madho means the owner of the material, who has created the material. The Madho
is present. This is another name of Vaheguru. The Madhav is present in every soul, every body, every little tiny particle. So Guru Maharaj in last two Panktiyan reveals, forsake all your doubts. Carry on singing God's praises. Gun nidhan nanak jas gawa. God is treasure of virtues. Gun means virtues, nidhan means treasure. Jas means praises. Gawa means to sing. Nanak has learnt one thing, and Nanak can give one advice to everyone. If you are in doubt, carry on singing God's praises. Carry on praising God. Satguru Param Chukayo. With the wisdom given to me by my true Guru, all my doubts have gone. Now I can see God in everyone. Sarab Nivasi Sada Alepa, Sab mein reha samayo. God is Sarab Nivasi. Sarab means all, Nivasi means who lives in everyone, who abides in everyone. Sada Alepa. Sada means all the time, Alepa means detached. Although God lives in everyone, but God is detached. It's like someone's image in the mirror. Image tells that someone is standing in front of mirror. But if you break the mirror, the person is still there. So mirror is all of us. As long as the body is there, we know there is someone behind this energy. That's God. When the body perishes, God is still there. So Guru Tegh Bahadur Sahib Maharaj gives that example. Puhap mad jyon baas bast hai, mukar mahe jaise chhai. Mukar means mirror, chhai means image. That's how God is in everyone, but God is detached. Sarab Nivasi Sada Alepa Sab mein reha samayo. God is present in all. So Sath Sangat ji, have a great day. Forgive all the mistakes and give your feedback on how we can improve. And pray, that's the most important thing. Pray, Sath Sangat ji, that God is able to bless anyone, any person who might be dumb with the Brahm Gyan. Khal Murakh te Pandit Karbo, Pandit te Mugdari. A Pandit who is a scholar can become a dumb person can become a scholar. That is God's power. May Vaheguru bless you all. Share the Fateh. Vaheguru Ji ka Khalsa, Vaheguru Ji ki Fateh. Vaheguru, Vaheguru, Vaheguru.